ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਮਰੀ ਬਿਦ ਤੁਮ ਹੀ ਜਾਨੋ, ਤੁਮ ਜਲ ਹਮ ਮੀਨਾ। ਜਿਵੇਂ ਜਿਵੇਂ ਬਾਬਾ ਜੀ ਦਾ ਸਮਾਂ ਨੇੜੇ ਆਉਂਦਾ ਜਾਂਦਾ ਸੀ, ਤਿਵੇਂ ਤਿਵੇਂ ਹਜ਼ੂਰ ਆਪਣੀ ਸਭ ਤਰ੍ਹਾਂ ਦੀ ਕਿਰਿਆ ਸੰਕੋਚਦੇ ਜਾ ਰਹੇ ਸਨ। ਇੱਕ ਵਾਰ ਉਚੇਚਾ ਸੇਵਾਦਾਰ ਸੰਤ ਬਹਾਲ ਦਾਸ ਜੀ ਵੱਲ ਭੇਜ ਕੇ ਇੱਕ ਖਾਸ ਦਿਨ ਦੱਸ ਕੇ ਉਸ ਦਿਨ ਪੁੱਛੋਂ ਆਉਣ ਲਈ ਹੁਕਮ ਭੇਜਿਆ ਅਤੇ ਫਿਰ ਅਚਾਨਕ ਹੀ ਬਚਨ ਕੀਤਾ ਕਿ ਮਹਾਂਪੁਰਖ ਆ ਰਹੇ ਹਨ, ਸਭ ਤਰ੍ਹਾਂ ਦੀ ਸਫਾਈ ਕਰੋ। ਉਪਰੰਤ ਹੁਕਮ ਅਨੁਸਾਰ ਡੇਰੇ ਵਿੱਚ ਝਾੜੂ ਆਦਿਕ ਫੇਰ ਕੇ ਸਫਾਈ ਕਰਾਈ ਗਈ। ਇੱਕ ਦਿਨ ਬਾਬਾ ਆਨੰਦ ਸਿੰਘ ਜੀ ਵੀ ਪਹੁੰਚ ਗਏ ਅਤੇ ਨਾਲ ਕੁਝ ਸੰਗਤ ਵੀ ਸੀ। ਉਸ ਸਮੇਂ ਬਾਬਾ ਮਹਾ ਹਰਨਾਮ ਸਿੰਘ ਜੀ ਨੇ ਹੁਕਮ ਕੀਤਾ ਕਿ ਮਹਾਂਪੁਰਖੋ, ਆਪਣੇ ਸਭ ਸੰਗੀਆਂ ਸੇਵਕਾਂ ਦੇ ਨਾਮ ਲਿਖਾ ਦਿਓ। ਜੋ ਤੁਹਾਡਾ ਸੰਗੀ ਸੇਵਕ ਹੋਏਗਾ, ਨਰਕ ਨੂੰ ਨਹੀਂ ਜਾਏਗਾ। ਹੁਕਮ ਅਨੁਸਾਰ ਸਭ ਸੇਵਕਾਂ ਦੇ ਵੱਧ ਚੜ ਕੇ ਨਾਮ ਲਿਖਾਏ ਗਏ। ਸਰਦਾਰ ਜਸਵੰਤ ਸਿੰਘ ਆਦਿਕ ਬਾਗਾਂ ਵਿੱਚੋਂ ਵੀ ਕੁਝ ਸੰਗੀ ਸਨ ਅਤੇ ਭਾਈ ਸਾਹਿਬ ਭਾਈ ਉੱਤਮ ਸਿੰਘ ਜੀ ਅਤੇ ਹੋਰ ਸਭ ਤੇ ਕਿਰਪਾ ਦ੍ਰਿਸ਼ਟੀ ਹੋਈ। ਬਾਬਾ ਆਨੰਦ ਸਿੰਘ ਜੀ ਦਾ ਆਸਣ ਹੁਕਮ ਕਰਕੇ ਟਿੱਲੇ ਉੱਪਰ ਕਰਾ ਦਿੱਤਾ ਗਿਆ। ਅਗਲੇ ਦਿਨ ਸੰਤ ਬਹਾਲ ਦਾਸ ਜੀ ਵੀ ਪਹੁੰਚ ਗਏ। ਦੁਪਹਿਰ ਦਾ ਪ੍ਰਸ਼ਾਦਾ ਤਿਆਰ ਕਰਕੇ ਹਜ਼ੂਰੀ ਵਿੱਚ ਲਿਆ ਕੇ ਵਰਤਾਉਣ ਦਾ ਹੁਕਮ ਕੀਤਾ ਅਤੇ ਨਾਲ ਹੀ ਸੰਤ ਚਿੰਤ ਰਾਮ ਜੀ ਵਾਸਤੇ ਪ੍ਰਸ਼ਾਦਾ ਲੈ ਜਾਣ ਦਾ ਹੁਕਮ ਕੀਤਾ ਅਤੇ ਨਾਲ ਹੀ ਬਾਬਾ ਜੀ ਨੇ ਰਤਨ ਸਿੰਘ ਡਰੋਲੀ ਨੂੰ ਹੁਕਮ ਕੀਤਾ ਕਿ ਤੂੰ ਚਿੰਤ ਰਾਮ ਨੂੰ ਪ੍ਰਸ਼ਾਦਾ ਛਕਾ ਕੇ ਨਾਲ ਹੀ ਲੈ ਆਈ। ਹੁਕਮ ਅਨੁਸਾਰ ਰਤਨ ਸਿੰਘ ਡਰੋਲੀ ਵੱਲੋਂ ਸੰਤ ਚਿੰਤ ਰਾਮ ਜੀ ਦੀ ਸਾਰੀ ਸੇਵਾ ਕੀਤੀ ਗਈ ਅਤੇ ਉਪਰੰਤ ਚਿੰਤ ਰਾਮ ਜੀ ਨੇ ਹੱਸ ਕੇ ਬਚਨ ਕੀਤਾ ਕਿ ਭਾਈ ਰਤਨ ਸਿੰਘਾ, ਅੱਜ ਮੈਨੂੰ ਮਹਾਰਾਜ ਨੇ ਯਾਦ ਕੀਤਾ ਹੈ ਨਾ, ਚਲੋ ਚਲੀਏ। ਅੱਗੇ ਵੀ ਜਿਸ ਸਮੇਂ ਬਾਬਾ ਜੀ ਯਾਦ ਕਰਦੇ ਸਨ, ਚਿੰਤ ਰਾਮ ਜੀ ਆਪ ਹੀ ਦੱਸ ਕੇ ਨਾਲ ਤੁਰ ਪੈਂਦੇ ਸਨ। ਰਤਨ ਸਿੰਘ ਡਰੋਲੀ ਨੇ ਬਾਬਾ ਜੀ ਪਾਸ ਬੇਨਤੀ ਕੀਤੀ ਕਿ ਮਹਾਰਾਜ, ਚਿੰਤ ਰਾਮ ਜੀ ਹਾਜ਼ਰ ਹਨ। ਹਜ਼ੂਰ ਨੇ ਹੁਕਮ ਕੀਤਾ, ਕੋਠੀ ਦੇ ਬਰਾਂਡੇ ਵਿੱਚ ਬਿਠਾ ਦਿਓ। ਪਿਛਲੇ ਪਹਿਰ ਤੱਕ ਬਾਬਾ ਆਨੰਦ ਸਿੰਘ ਜੀ, ਸੰਤ ਚਿੰਤ ਰਾਮ ਜੀ, ਸੰਤ ਬਹਾਲ ਦਾਸ ਜੀ ਬਾਬਾ ਜੀ ਦੀ ਹਜ਼ੂਰੀ ਵਿੱਚ ਇਕੱਠੇ ਹੋ ਗਏ। ਪਿਛਲੇ ਪਹਿਰ ਦਾ ਸਮਾਂ ਹੋਣ ਕਰਕੇ ਕੁਝ ਗਿਣਤੀ ਦੇ ਹੀ ਪ੍ਰੇਮੀ ਸਨ। ਸਭ ਤੋਂ ਪਹਿਲਾਂ ਬਹਾਲ ਦਾਸ ਜੀ ਨੂੰ ਹਜ਼ੂਰ ਨੇ ਆਪਣੇ ਸਾਹਮਣੇ ਬੁਲਾ ਕੇ ਹੁਕਮ ਕੀਤਾ, ਬਹਾਲ ਦਾਸ, ਤਕੜਾ ਹੋ, ਸ਼ਕਤੀ ਆ ਰਹੀ ਹੈ, ਸੰਭਾਲੋ। ਸੰਤ ਬਹਾਲ ਦਾਸ ਜੀ ਦਾ ਸਰੀਰ ਕੰਬਣ ਲੱਗ ਪਿਆ। ਜੀ ਬਖਸ਼ ਲਵੋ ਕਰਨ ਲੱਗ ਪਏ। ਤਤਕਾਲ ਹੀ ਬਾਬਾ ਜੀ ਨੇ ਬਚਨ ਕੀਤਾ, ਚੰਗਾ ਫਿਰ ਤੂੰ ਪਾਸੇ ਹੋ ਜਾ। ਉਪਰੰਤ ਸੰਤ ਚਿੰਤ ਰਾਮ ਜੀ ਹੁਕਮ ਅਨੁਸਾਰ ਸਾਹਮਣੇ ਖੜੇ ਕੀਤੇ ਗਏ। ਹਜ਼ੂਰ ਨੇ ਆਪਣੇ ਦੋਵੇਂ ਹੱਥ ਮਲ ਕੇ ਬਚਨ ਕੀਤਾ, ਚਿੰਤ ਰਾਮਾ, ਤਕੜਾ ਹੋ ਅਤੇ ਸੰਭਾਲ। ਸੰਤ ਚਿੰਤ ਰਾਮ ਜੀ ਖੜੇ ਖੜੇ ਡਿੱਗ ਪਏ ਅਤੇ ਮੁਖ ਤੋਂ ਮਾਰ ਲਓ ਦੇ ਬਚਨ ਉਚਾਰਨ ਲੱਗੇ। ਉਸੇ ਸਮੇਂ ਹੀ ਬਾਬਾ ਜੀ ਨੇ ਬਚਨ ਕੀਤਾ, ਚਲੋ ਜਾਣ ਦਿਓ। ਤੀਜੇ ਥਾਂ ਉੱਤੇ ਬਾਬਾ ਆਨੰਦ ਸਿੰਘ ਜੀ ਹੁਕਮ ਅਨੁਸਾਰ ਸਾਹਮਣੇ ਆਏ। ਹਜ਼ੂਰ ਨੇ ਬਾਬਾ ਆਨੰਦ ਸਿੰਘ ਜੀ ਦੇ ਦੋਵੇਂ ਹੱਥ ਆਪਣੇ ਹੱਥਾਂ ਵਿੱਚ ਘੁੱਟੇ ਅਤੇ ਬਚਨ ਕੀਤਾ, ਮਹਾਂਪੁਰਖੋ, ਤਕੜੇ ਹੋਵੋ। ਇੱਕ ਵਾਰੀ ਤਾਂ ਬਾਬਾ ਆਨੰਦ ਸਿੰਘ ਜੀ ਦਾ ਵੀ ਸਰੀਰ ਕੰਬਣ ਲੱਗ ਪਿਆ। ਕਿਤਨਾ ਸਮਾਂ ਹੱਥ ਫੜੀ ਰੱਖਣ ਉਪਰੰਤ ਬਚਨ ਕੀਤਾ, ਸ਼ੁੱਧ ਹੈ ਅਤੇ ਫਿਰ ਹੁਕਮ ਅਨੁਸਾਰ ਬਾਬਾ ਆਨੰਦ ਸਿੰਘ ਜੀ ਵੀ ਇੱਕ ਪਾਸੇ ਹੋ ਕੇ ਬੈਠ ਗਏ। ਹਜ਼ੂਰ ਨੇ ਬਚਨ ਕੀਤਾ, ਮਹਾਂਪੁਰਖੋ, ਕਿੰਨੇ ਸਾਲ ਹੋ ਗਏ ਸਨ, ਤੁਸੀਂ ਸਾਨੂੰ ਜਾਣ ਨਹੀਂ ਸੀ ਦਿੰਦੇ। ਅਸੀਂ ਚਾਹੁੰਦੇ ਹਾਂ ਤੁਸੀਂ ਸਾਨੂੰ ਖੁਸ਼ੀ ਤੋਰੋ। ਕਿਉਂ ਬਹਾਲ ਦਾਸ ਅਤੇ ਚਿੰਤ ਰਾਮ, ਤੁਸੀਂ ਵੀ ਕੁਝ ਬੋਲੋ।
ਇਹ ਬਚਨ ਸੁਣਨ ਸਾਰ ਪਤਾ ਨਹੀਂ ਸੇਵਕਾਂ ਦੇ ਮਨ ਤੇ ਕੀ ਵਾਪਰੀ। ਬਹਾਲ ਦਾਸ ਜੀ ਤਾਂ ਆਪਣੇ ਬਸਤਰ ਨਾਲ ਬਾਰ-ਬਾਰ ਮੁੱਖ ਸਾਫ਼ ਕਰ ਰਹੇ ਸਨ ਅਤੇ ਚਿੰਤ ਰਾਮ ਜੀ ਦੇ ਮੁਖ ਤੋਂ ਵੀ ਬਸ ਇਤਨੀ ਹੀ ਗੱਲ ਨਿਕਲੀ, ਮਹਾਰਾਜ ਇਹ ਕੀ ਹੋਇਆ। ਅੱਗੇ ਲੇਖਕ ਵੱਲੋਂ ਕੁਝ ਸਤਰਾਂ ਮਹਾਂਪੁਰਖਾਂ ਦੇ ਪਿਆਰ ਵਿੱਚ ਲਿਖੀਆਂ ਹਨ, ਆਓ ਸਰਵਣ ਕਰੀਏ। ਬਹਾਲ ਦਾਸ ਜੀ ਨੇ ਸੁਣੇ ਬਚਨ ਮੁਖ ਤੋਂ, ਅੱਖਾਂ ਆਪ ਮੁਹਾਰੀਆਂ ਡੁੱਲ ਪਈਆਂ। ਚਿੰਤ ਰਾਮ ਨੂੰ ਚਿੰਤਾ ਨੇ ਆਣ ਫੜਿਆ, ਉਸ ਨੂੰ ਸੁਨ ਸਮਾਧੀਆਂ ਭੁੱਲ ਗਈਆਂ। ਦਰਸ਼ਨ ਬਿਨਾ ਨਾ ਮਨ ਨੂੰ ਚੈਨ ਆਵੇ, ਚੈਨ ਆਵੇ ਨਾ ਚੈਨ ਆਵੇ। ਦਰਸ਼ਨ ਬਿਨਾ ਨਾ ਮਨ ਨੂੰ ਚੈਨ ਆਵੇ। ਆਪਣਾ ਦਰਸ ਨਾ ਸਾਥੋਂ ਛੁਪਾਇਓ ਜੇ, ਹੱਥ ਜੋੜ ਕੇ ਕਹਿਣ ਬਾਬਾ ਆਨੰਦ ਸਿੰਘ ਜੀ। ਪਹਿਲਾਂ ਤੋਰ ਸਾਨੂੰ ਪਿੱਛੋਂ ਜਾਇਓ ਜੇ, ਹੱਥ ਜੋੜ ਕੇ ਕਹਿਣ ਬਾਬਾ ਆਨੰਦ ਸਿੰਘ ਜੀ। ਪਹਿਲਾਂ ਤੋਰ ਸਾਨੂੰ ਪਿੱਛੋਂ ਜਾਇਓ ਜੇ। ਵਾਹਿਗੁਰੂ। ਅੱਗੇ ਬਾਬਾ ਆਨੰਦ ਸਿੰਘ ਜੀ ਬੇਨਤੀ ਕਰਨ ਲੱਗੇ, ਗਰੀਬ ਨਵਾਜ ਆਪ ਜੀ ਤੋਂ ਬਿਨਾਂ ਸਾਡੀ ਕੀ ਜ਼ਿੰਦਗੀ। ਬਾਬਾ ਆਨੰਦ ਸਿੰਘ ਜੀ ਨੇ ਬਚਨ ਕੀਤਾ ਕਿ ਪਹਿਲਾਂ ਸਾਨੂੰ ਤੋਰੋ, ਪਿੱਛੋਂ ਜੋ ਰਜਾ ਹੋਵੇ ਕਰਨਾ। ਬਾਬਾ ਮਹਾ ਹਰਨਾਮ ਸਿੰਘ ਜੀ ਨੇ ਬਚਨ ਕੀਤਾ, ਰਖੀ ਜੀ ਸਾਨੂੰ ਤੁਹਾਡੇ ਉੱਤੇ ਅੰਤ ਸਮੇਂ ਮਾਇਆ ਪਾਉਣੀ ਪਵੇਗੀ। ਅਸੀਂ ਇਹ ਸਭ ਕੁਝ ਕਰਨਾ ਨਹੀਂ ਚਾਹੁੰਦੇ, ਪਰ ਜਦੋਂ ਹੁਣ ਸਾਨੂੰ ਹੁਕਮ ਆਇਆ ਅਸੀਂ ਨਹੀਂ ਮੋੜਨਾ। ਬਹਾਲ ਦਾਸ ਚਿੰਤ ਰਾਮ ਮਹਾਂਪੁਰਖੋ, ਤੁਹਾਡੇ ਸਭ ਦੇ ਘਰ ਪੂਰੇ ਕਰ ਦਿੱਤੇ ਹਨ। ਇਸ ਤੋਂ ਉਪਰੰਤ ਸੰਤ ਬਹਾਲ ਦਾਸ ਜੀ ਨੂੰ ਜੱਸੀ ਪਾਉਣ ਵਾਲੀ ਤੁਰ ਜਾਣ ਦੀ ਆਗਿਆ ਹੋ ਗਈ। ਸੰਤ ਚਿੰਤ ਰਾਮ ਜੀ ਵੀ ਹੁਕਮ ਅਨੁਸਾਰ ਉੱਠ ਕੇ ਚਲੇ ਗਏ ਅਤੇ ਬਾਬਾ ਆਨੰਦ ਸਿੰਘ ਜੀ ਵੀ ਹੁਕਮ ਲੈ ਕੇ ਮਾਝੇ ਵੱਲ ਨੂੰ ਚੱਲ ਪਏ। ਇਹ ਬਚਨ ਮਾਤਾ ਪਿਤਾ ਪਾਸੋਂ ਮਿਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।